SKM ਦੀਆਂ ਸਾਰੇ ਆਗੂ ਸਾਹਿਬਾਨ आए ने अज। सो वो पंजाब का जो SKM है 31 जथेबंदियां उन्होंने वालों ये मीटिंग की गई है। सो मैं जिन्नी भी मीटिंग जो तीनों एजेंडे से उन्होंने जो फैसले हुए ने मैं वो बेनती करता सरदार बूटा सिंह बुर्ज गिल साहब वो इतने बरीफ करनगे ते नाल रुलदू मानसा जी फिर बारों बारी सारे करते हैं। हाँ जी देखो अज असीं संयुक्त मोर्चा पंजाब ने मीटिंग की है। पहला भी जिहड़ा ये धरना जो शुरू किया 31 जथेबंदियों के फैसले अनुसार ही होया सीगा, पर सरकार टस तो मस नहीं हो रही। पहला साडी जिहड़ा खजाना मंत्री है चीमा ਉਹਦੇ ਨਾਲ ਜਲੰਧਰ ਦੇ ਵਿੱਚ मीटिंग हुई 31 जथेबंदियों की। वो मीटिंग ਦੇ ਵਿੱਚ ਉਹਨੇ ਭਰੋਸਾ ਦਿਵਾਇਆ कि मैं ਛੇਤੀ CM ਨਾਲ मीटिंग करके टोटल गन्ने का बकाया जो रहिंदा वो छेती चुका ਦਾਂਗੇ। कुछ नहीं होया उस बाद। उस तो बाद साडी मीटिंग हुई खेतीबाड़ी मंत्री ਦੇ ਨਾਲ मोहाली ਦੇ ਵਿੱਚ। मोहाली ਦੇ ਵਿੱਚ भी उन्होंने यही विश्वास दिवाया कि जिहड़ा गन्ने का बकाया है असीं छेती ही मतलब सारे का सारा ਉਹਦਾ भुगतान करन जा रहे हैं। तुसीं काहल ना करो, धरने मुजाहरे ना करो। पर परनाला थां दी थां रहा, सानू मजबूरी बस ये जिहड़ा मोर्चा इत्थे लाउणा पै रहा। अज 8 तरीक तो बैठे हैं, कोई बात सुनने नूं तैयार नहीं है। अज फिर सानू ये मीटिंग करके फैसला लेना पिया। अगर पंजाब सरकार ये जिहड़ा फगवाड़ा मिल दा 72 करोड़ का जिहड़ा बकाया वो कह रही है कि इसकी प्रॉपर्टी बेच के असीं देवांगे, प्रॉपर्टी उहदी बेचण सरकार आपदे हत्थां 'च लवे, ये किसानां दा काम नहीं है। किसानां दा काम है, किसानां ने मिल नूं गन्ना दिता ते गन्ना जे फगवाड़ा मिल नहीं उहदी पेमेंट करदी तां पंजाब सरकार करे। हुण असीं इन्हां नूं अल्टीमेटम देण जा रहे हां 25 तरीक तक दा। अगर 25 तरीक तक ये गन्ने दे बकाए दा फगवाड़ा मिल दा सारा ते नाल प्राइवेट मिलां दा ਇਹ नहीं करनगियां तां 25 तरीक नूं वड्डा पंजाब पੱਧਰ ਦਾ ਇੱਥੇ ਅਸੀਂ ਇਕੱਠ ਕਰਾਂਗੇ। 25 अगस्त ਨੂੰ ਵੱਡਾ ਅਸੀਂ ਇਕੱਠ ਕਰਾਂਗੇ। ਉਹ ਇਕੱਠ ਦੇ ਵਿੱਚ ਨਾਲ ਅਸੀਂ ਮੀਟਿੰਗ ਕਰਾਂਗੇ। ਮੀਟਿੰਗ ਕਰਕੇ ਅਗਲੇ ਤਿੱਖੇ ਪ੍ਰੋਗਰਾਮ ਦਾ ਵੀ ਅਸੀਂ ਫੈਸਲਾ ਦੇਵਾਂਗੇ। ਪਰ ਨਾਲ ਦੀ ਨਾਲ ਲਖੀਮਪੁਰ ਖੀਰੀ ਦੇ ਵਿੱਚ ਜੋ ਅਜੇ ਮਿਸਰਾ ਰਾਜ ਗ੍ਰਹਿ ਮੰਤਰੀ ਜਿਹਦੇ ਲੜਕੇ ਨੇ मतलब 4.5 ਕਿਸਾਨਾਂ ਨੂੰ ਦਰੜਿਆ, ਇੱਕ ਪੱਤਰਕਾਰ ਭਾਈਚਾਰੇ ਨੂੰ ਦਰੜਿਆ, 5 ਸ਼ਹੀਦ ਕੀਤੇ ਆ ਤੇ ਉਹਨਾਂ ਦੀ मतलब ਜਿਹੜਾ ਮਿਸਰੇ ਦੀ ਕਿ ਉਹ ਤੁਰੰਤ मतलब ਉਹਨੂੰ ਅਹੁਦੇ ਤੋਂ ਖਾਰਜ ਕਰਕੇ 120 ਦੇ ਤਹਿਤ ਉਹਦੇ ਤੇ ਪਰਚਾ ਦਰਜ ਹੋਇਆ, ਉਹਨੂੰ ਤੁਰੰਤ ਗ੍ਰਿਫਤਾਰ ਕਰਨ। ਅਗਰ ਨਾ ਕਰਨਗੇ ਤਾਂ ਅਸੀਂ 17 ਤਰੀਕ ਨੂੰ 10,000 ਦਾ ਜੱਥਾ ਸਾਰੀਆਂ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਬੈਠੀਆਂ ਅਸੀਂ ਰਵਾਨਾ ਕਰ ਰਹੇ ਹਾਂ ਲਖੀਮਪੁਰ ਖੀਰੀ ਨੂੰ। ਪਰ ਨਾਲ ਦੀ ਨਾਲ ਜਿਹੜਾ ਫਗਵਾੜਾ ਵਾਲਾ ਮੋਰਚਾ ਹੈ ਇਹ ਜਿਉਂ ਦੀ ਤਿਉਂ ਚੱਲੂਗਾ। ਜਿਵੇਂ ਅਸੀਂ ਪਹਿਲਾਂ ਚਲਾਇਆ ਜਦੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਸੀ, ਦਿੱਲੀ ਦੇ ਬਾਰਡਰਾਂ ਤੇ ਵੀ ਬੈਠੇ ਸੀ, ਪੰਜਾਬ ਦੇ ਵਿੱਚ 125 ਮੋਰਚੇ ਵੀ ਜਿਉਂ ਦੀ ਤਿਉਂ ਚੱਲਦੇ ਸੀ। ਉਸੇ ਤਰਜ਼ ਤੇ ਅਸੀਂ ਲਖੀਮਪੁਰ ਖੀਰੀ ਦੇ ਵਿੱਚ ਵੀ ਮੋਰਚਾ ਲਾਵਾਂਗੇ ਤੇ ਜਿਹੜਾ ਫਗਵਾੜੇ ਵਾਲਾ ਮੋਰਚਾ ਉਹ ਵੀ ਜਿਉਂ ਦੀ ਤਿਉਂ ਚੱਲਦਾ ਰਹੂਗਾ। ਲਖੀਮਪੁਰ ਖੀਰੀ ਤੋਂ ਆ ਕੇ 25 ਤਰੀਕ ਨੂੰ ਵੱਡਾ ਇਕੱਠ ਕਰਕੇ 25 ਤੱਕ ਦਾ ਅਲਟੀਮੇਟਮ ਦਿੰਦੇ ਕਿ ਸਾਰੀ ਦੀ ਸਾਰੀ ਪੇਮੈਂਟ ਨਾਲੇ ਪ੍ਰਾਈਵੇਟ ਮਿਲਾਂ ਦੀ ਨਾਲੇ ਫਗਵਾੜਾ ਮਿਲਾਂ ਦੀ ਉਹ ਅਦਾ ਕੀਤੀ ਜਾਊ। ਹੁਣ ਜਿਹੜੇ ਟ੍ਰੈਫਿਕ ਜਿਹੜਾ ਹੁਣ ਰੋਡ ਡਰਾਈਵਰ ਸਵਾਲ ਲੈਣੇ ਸਾਰੇ ਜਾਣਕਾਰੀ ਦੇ। ਪਿਛਲੇ ਦਿਨਾਂ 'ਚ ਮੰਤਰੀ ਨਾਲ ਸਾਡੀ ਮੀਟਿੰਗ ਹੋਈ, ਖੇਤੀਬਾੜੀ ਮੰਤਰੀ 4.5 ਘੰਟੇ ਸਾਡੀਆਂ 31 ਜਥੇਬੰਦੀਆਂ ਦੀ। ਉੱਤੇ ਸਾਡਾ 600 ਕਰੋੜ ਰੁਪਏ ਦੀ ਪ੍ਰਾਈਵੇਟ ਬੈਂਕਾਂ ਕਰਨੀ ਤੇ मतलब ਮਿਲਾਂ ਕਰਨੀ ਤੇ ਸਰਕਾਰੀ ਕਰਨੀ। ਉਹਦੇ ਸਾਡੇ ਨਾਲ ਵਾਅਦਾ ਕਰਿਆ ਸੀ ਕਿ 300 ਕਰੋੜ ਰੁਪਏ ਮੈਂ 6% ਦੀ ਪਵਾ ਦੂੰਗਾ, ਪਰ ਹਜੇ 200 ਕਰੋੜ ਰੁਪਏ ਕੱਲਾ ਇਹ ਨਹੀਂ ਹੈਗਾ ਵੀ ਸਰਕਾਰੀ ਮਿਲਣ ਦਾ। ਅਸੀਂ ਪ੍ਰਾਈਵੇਟਾਂ ਦਾ ਵੀ ਕਹਿੰਦੇ ਹਾਂ, ਅਸੀਂ ਸਰਕਾਰੀ ਦਾ ਵੀ ਕਹਿੰਦੇ ਹਾਂ। ਅਸੀਂ ਕਿਸੇ ਤੋਂ ਖਰਾਇਤ ਨਹੀਂ ਮੰਗਦੇ ਵੀ ਸਾਨੂੰ ਕੋਈ ਦੇਵੇ। ਅਸੀਂ ਗੰਨਾ ਦਿੱਤਾ, ਠੀਕ ਹੈ ਨਾ, ਗੰਨਾ ਸਿੱਟਿਆ, ਕਿਸਾਨ ਖੁਦਕਸ਼ੀਆਂ ਕਰੀ ਜਾਂਦੇ। ਸਰਕਾਰ ਦੀ ਜ਼ਿੰਮੇਵਾਰੀ ਹੈ, ਚਾਹੇ ਗੰਨਾ ਅਸੀਂ ਪ੍ਰਾਈਵੇਟ ਨੂੰ ਦੇਤਾ ਚਾਹੇ ਸਰਕਾਰੀ ਦਾ, ਸਰਕਾਰ ਦੀ ਜ਼ਿੰਮੇਵਾਰੀ ਹੈ मतलब ਸਾਡੇ ਪੈਸੇ ਦਬਾਉਣਾ। ਤੇ ਨਾ ਦਬਾਊਗੀ ਤਾਂ ਅਸੀਂ 25 ਤਰੀਕ ਨੂੰ ਘਰ ਲਖਰਾਂਗੇ ਤੇ ਜੱਜ ਕੇ। ਪਹਿਲਾਂ ਅੰਦੋਲਨ ਦਬਾਬੇ ਵਾਲਿਆਂ ਨੇ, ਮਾਲਵੇ ਵਾਲਿਆਂ ਨੇ, ਇੱਧਰ ਇਹਨਾਂ ਨੇ ਚਿੜਿਆ ਦੀ, ਮਾਝੇ ਵਾਲਿਆਂ ਨੇ ਚਿੜਿਆ ਸੀਗਾ। ਅੱਜ ਇਹ ਅੰਦੋਲਨ 31 ਜਥੇਬੰਦੀਆਂ ਨੇ ਆਪਣੇ ਹੱਥ 'ਚ ਲੈ ਲਿਆ। ਸਰਕਾਰ ਇਹ ਕਿਹੜੇ ਤਰੀਕੇ ਨਾਲ ਚੱਲਦੀ ਹੈ ਉਹਦੇ ਨਾਲ ਗਾਹਾਂ ਦੇਖਾਂਗੇ। ਬਿਲਕੁਲ ਨਹੀਂ ਸਾਰੇ ਪੈਸੇ ਲੈ ਕੇ ਸਰਕਾਰ ਦਾ ਖੜਾ ਛੱਡਾਂਗੇ, ਇਕੱਲਾ ਇੱਕ ਮਿਲ ਦਾ ਸੰਬੰਧ ਨਹੀਂ ਹੈਗਾ ਵੀ ਇੱਕ ਨਾਲ ਛੱਡ ਦਾਂਗੇ। ਫੈਸਲਾ ਅਸੀਂ ਆਪਦੇ ਹੱਥ 'ਚ ਲੈ ਲਿਆ ਸਰ। ਸਪੈਸ਼ਲ ਤੌਰ 'ਤੇ ਅਸੀਂ ਜਾਈਆਂ ਸਾਰੀਆਂ ਜਥੇਬੰਦੀਆਂ ਇੱਥੇ ਮੀਟਿੰਗ ਕੀਤੀ ਹੈ। ਜੇ ਤਾਂ ਕਿਸੇ ਉਧਾਰ ਮੰਗਦੇ ਹੋਈਏ ਵੀ ਸਾਨੂੰ ਸਰਕਾਰ ਦੇ, ਉਹ ਸਾਡੇ ਗੰਨੇ ਦੇ ਪੈਸੇ ਦੁਕਾਨ ਤੋਂ ਕੋਈ ਦੁਕਾਨਦਾਰ ਥੱਲੇ ਨਹੀਂ ਉਤਰਦਾ, ਗਾਹਕ ਨੂੰ ਪਹਿਲਾਂ ਮੇਰੇ ਪੈਸੇ ਦੇ मतलब ਜੇ ਲਿਹਾਜ਼ ਵੀ ਕਰਦਾ 6 ਮਹੀਨਿਆਂ ਦੀ ਕਰਦਾ ਹੁੰਦਾ। ਇਹਨੂੰ 3 ਸਾਲ ਹੋ ਗਏ, ਇਹ ਕਾਹਦੀ ਲਿਹਾਜ਼ ਹੈਗੀ?
ਮਤਲਬ ਸਰਕਾਰ ਨੂੰ, ਭਗਵੰਤ ਸਰਕਾਰ ਨੂੰ, ਲੋਕਾਂ ਨੇ ਉਹਦੇ 92 MLA ਜਿੱਤੇ ਨੇ ਚੇਤਾਵਨੀ ਦਿੰਦੇ। ਇੱਕ ਥਾਂ ਦੇ ਰੌਲਾ ਚੱਲਦਾ ਆ ਯੂਨੀਵਰਸਿਟੀ ਦੇ ਵਿੱਚ ਮੁੰਡੇ ਬੈਠੇ ਅੱਜ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਮਤਲਬ ਦਾ ਉੱਥੇ ਭਾਰਤੀ ਘੱਟੋ ਘੱਟ 70% ਖੇਤੀਬਾੜੀ ਅਫਸਰਾਂ ਦੀਆਂ ਸੀਟਾਂ ਖਾਲੀ ਪਈਆਂ, ਉੱਥੇ ਭਰਤੀ ਨਹੀਂ ਕਰ ਰਹੇ। ਉਹ ਮੁੰਡੇ ਬਸ ਭੁੱਖ ਹੜਤਾਲ ਤੇ ਕਹਿੰਦੇ ਨੇ ਕਿ ਮਰਨ ਵਰਤੇ ਬੈਠੇ, ਮੈਂ ਰੋਕਿਆ ਮਤਲਬ ਮੈਂ ਮਰਨ ਤੇ ਬੈਠੋ, ਆਪਾਂ ਲੜਨ ਵਾਸਤੇ ਬੈਠਾਂਗੇ, ਮਰਨ ਵਰਤੇ ਕਦੇ ਨਹੀਂ ਬੈਠਣਾ। ਉੱਥੇ ਜੇ ਕੋਈ ਰੱਖਣਾ ਅੱਜ ਉਹ ਵੀ ਬਾਹਰੋਂ ਲਿਆ ਕੇ ਬੰਦਾ ਰੱਖਦੇ ਨੇ ਜਿਹੜਾ ਪਹਿਲਾਂ ਵੀ ਕਰਪਟ ਹੈ, ਉਹਨੂੰ ਉੱਥੋਂ ਲਾਉਂਦੇ ਨੇ ਵੱਡਾ ਅਫਸਰ। ਅਸੀਂ ਉਹਦੀ ਵੀ ਨਿੰਦਾ ਕਰਦੇ ਨਹੀਂ ਲੋੜ। ਸੋ ਮੈਂ ਹੁਣ ਰਵਿੰਦਰ ਜੀ ਨੂੰ ਕਹੂੰਗਾ ਥੋੜਾ ਉਪਲੀਕ ਕਰਦੇ। ਗੰਨੇ ਦੇ ਸਵਾਲ ਤੇ ਤਾਂ ਇੱਕੋ ਹੀ ਗੱਲ ਕਿ ਖੇਤੀਬਾੜੀ ਮੰਤਰੀ ਨੇ ਇਹ ਗੱਲ ਕਹੀ ਸੀ ਕਿ ਪ੍ਰਾਈਵੇਟ ਮਿੱਲਾਂ ਨੂੰ ਚੇਤਾਵਨੀ ਦਊਗੀ ਸਰਕਾਰ, ਜੇ ਉਹ ਨਹੀਂ ਪੇਮੈਂਟ ਕਰਨਗੀਆਂ ਤਾਂ ਸਰਕਾਰ ਉਹਨਾਂ ਨੂੰ ਆਪਣੇ ਕੰਟਰੋਲ 'ਚ ਲਾਊਗੀ। ਅਸੀਂ ਉਦੋਂ ਵੀ ਕਿਹਾ ਸੀਗਾ ਕਿ ਖੇਤੀਬਾੜੀ ਮੰਤਰੀ ਦੇ ਇਸ ਐਲਾਨ ਨੂੰ ਅਮਲ 'ਚ ਜਾਮਾ ਪਹਿਨਾਉਣ ਲਈ ਦੇਵਾਂਗੇ ਵਕਤ, ਪਰ ਲੱਗਦਾ ਕਿ ਪਹਿਲਾ ਟੈਸਟ ਹੈ ਜਿਹੜਾ ਫਗਵਾੜੇ ਮਿਲ ਦੇ ਮਾਮਲੇ ਤੇ ਹੋਣਾ। ਔਰ ਦੇਖਦੇ ਹਾਂ ਕਿ ਸਰਕਾਰ ਬੂਟਾ ਸਿੰਘ ਜੀ ਨੇ 25 ਕਿਹਾ, 25 ਦੇ ਇਕੱਠ ਤੱਕ ਅਸੀਂ ਦੇਖਾਂਗੇ, ਮੋਰਚਾ ਚੱਲੂਗਾ, 25 ਨੂੰ ਵੱਡਾ ਇਕੱਠ ਹੋਊਗਾ। ਲਖੀਮਪੁਰ ਖੀਰੀ ਵੀ ਪੰਜਾਬ 'ਚੋਂ ਜਿੱਥੇ ਜਾਣਗੇ। ਨਾਲੋਂ ਨਾਲ ਅੱਜ ਅਸੀਂ ਜਿਹੜੀ ਇਹ ਲੰਪੀ ਸਕਿਨ ਡਿਜ਼ੀਜ਼ ਹੈ, ਜਿਹੜੀ ਦੁਧਾਰੂ ਪਸ਼ੂਆਂ ਨੂੰ ਜਿਹੜਾ ਚਮੜੀ ਦਾ ਰੋਗ ਹੋਇਆ, ਇਸ ਮਾਮਲੇ 'ਚ ਜੋ ਹਾਲਾਤ ਬਣ ਰਹੇ ਨੇ, ਇੱਕ ਕਿਸਮ ਨਾਲ ਇਹ ਮਹਾਮਾਰੀ ਹੈ ਪਸ਼ੂਆਂ ਦੇ ਵਿੱਚ। ਔਰ ਸਰਕਾਰ ਬਹੁਤ ਲੇਟ ਜਾਗੀ ਹੈ ਇਸ ਮਾਮਲੇ, ਹਾਲੇ ਵੀ ਐਲਾਨ ਨੇ। ਇੱਕ ਤਾਂ ਅਸੀਂ ਅੱਜ ਇਹ ਮੰਗ ਕਰਦੇ ਹਾਂ ਕਿ ਬਹੁਤ ਸਾਰਾ ਜਿਹੜਾ ਡੰਗਰ ਆ ਉਹ ਮਰ ਚੁੱਕਾ ਆ ਔਰ ਸਰਕਾਰ ਨੇ ਇਸ ਦੀ ਕੋਈ ਲਿਸਟ ਨਹੀਂ ਬਣਾਈ। ਹਰ ਕਿਸਾਨ ਦਾ ਜਿਹਦਾ ਕੋਈ ਪਸ਼ੂ ਬਲੈਤੀ ਗਾਂ ਜਿਹੜੀ ਗਾਂ ਮਰੀ ਆ, ਉਸ ਦਾ ਉਹਨੂੰ 1 ਲੱਖ ਰੁਪਈਆ ਮੁਆਵਜ਼ਾ ਸਰਕਾਰ ਆ ਜਿਹੜਾ ਉਹ ਦੇਵੇ। ਨਾਲੋਂ ਨਾਲ ਇਨ੍ਹਾਂ ਮਰੇ ਹੋਏ ਪਸ਼ੂਆਂ ਨੂੰ ਦੱਬਣ ਲਈ ਸਰਕਾਰ ਠੋਸ ਪ੍ਰਬੰਧ ਆ ਜਿਹੜੇ ਉਹ ਕਰੇ। ਹਾਲੇ ਤੱਕ ਸਿਰਫ ਐਲਾਨ ਆ, ਥੱਲੇ ਹੈ ਨਹੀਂ। ਇਹ ਮਹਾਮਾਰੀ ਇਨਸਾਨਾਂ ਤੱਕ ਵੀ, ਮਨੁੱਖਾਂ ਤੱਕ ਵੀ ਆ ਸਕਦੀ ਹੈ। ਇਹਦੇ ਲੱਛਣ ਕੁਛ ਨਾ ਕੁਛ ਥਾਵਾਂ ਤੋਂ ਪ੍ਰਗਟ ਹੋਣੇ ਸ਼ੁਰੂ ਹੋ ਗਏ। ਇਸ ਕਰਕੇ ਸਰਕਾਰ ਉਹਨਾਂ ਨੂੰ ਧਰਤੀ ਹੇਠ ਦੱਬਣ ਦਾ ਠੋਸ ਪ੍ਰਬੰਧ ਕਰੇ। ਉਸ ਗੱਲ ਲਈ ਉਹ ਆਪਣਾ ਸਾਰਾ ਅਮਲਾ ਫੈਲਾ ਲਾਵੇ ਇਸ ਨੂੰ ਮਹਾਮਾਰੀ ਡਿਕਲੇਅਰ ਕਰਕੇ। ਤੀਸਰੀ ਗੱਲ ਅਸੀਂ ਇਹਦੇ 'ਚ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਮਾਮਲੇ 'ਚ ਵੈਟਰਨਰੀ ਜਿਹੜੀ ਸਾਰੀ ਸਿਹਤ ਪ੍ਰਣਾਲੀ ਉਹਦਾ ਪੱਠਾ ਬੈਠਿਆ ਹੋਇਆ, ਇਹਦੇ 'ਚ ਪੂਰੀ ਭਰਤੀ ਕਰਕੇ, ਛੇਤੀ ਤੋਂ ਛੇਤੀ ਭਰਤੀ ਕਰਕੇ ਇਲਾਜ ਦਾ ਠੋਸ ਪ੍ਰਬੰਧ ਕੀਤਾ ਜਾਵੇ। ਫ੍ਰੀ ਇਲਾਜ ਮੁਫਤ ਹੋਵੇ। ਕਿਸਾਨ ਪਹਿਲਾਂ ਕਣਕ ਦੇ ਝਾੜ ਨਾਲ ਝੰਬੇ ਹੋਏ ਨੇ, ਹੁਣ ਇਹ ਪਸ਼ੂਆਂ ਦੇ ਜਿਹੜੇ ਮਰਨ ਨਾਲ ਉਹ ਝੰਬੇ ਗਏ ਨੇ ਬਹੁਤ ਬੁਰੀ ਤਰ੍ਹਾਂ। ਇਹ ਖੁਦਕੁਸ਼ੀਆਂ ਦੀ ਨਵੀਂ ਫਸਲ ਪੈਦਾ ਕਰੂਗਾ। ਪਸ਼ੂਆਂ ਦੇ ਫ੍ਰੀ ਇਲਾਜ ਦਾ ਤੇ ਨਾਲੋਂ ਨਾਲ ਉਹਨਾਂ ਨੂੰ ਦੱਬਣ ਦਾ ਜਿਹੜਾ ਉਹ ਪ੍ਰਬੰਧ ਹੈ ਉਹ ਕਰਨਾ ਚਾਹੀਦਾ। ਅਜਨਾਲਾ ਸਾਹਿਬ ਗਾਹਾਂ ਆ ਜਾਓ ਜੀ, ਇੱਥੇ ਮਾਈਕਾਂ ਨਹੀਂ, ਤੁਹਾਡੀ ਆਵਾਜ਼ ਨਹੀਂ ਆਉਣੀ ਜੀ। 16 ਤਾਰੀਖ ਨੂੰ ਆਵਾਜ਼ ਆ ਰਹੀ ਹੈ ਨਾ? ਹਾਂਜੀ, ਨਹੀਂ, ਜਦੋਂ ਤੁਸੀਂ ਉਹ ਬੋਲਣਗੇ ਇੱਥੋਂ ਮਾਈਕ ਨਹੀਂ, ਆਵਾਜ਼ ਨਹੀਂ ਆਏਗੀ। 16 ਤਾਰੀਖ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਮੰਗ ਪੱਤਰ ਦੇਣੇ ਨੇ, ਉਹਦੇ 'ਚ ਅਸੀਂ ਇਹ ਗੰਨੇ ਦੇ ਬਕਾਏ ਵਾਲਾ ਮਾਮਲਾ ਵੀ ਤੇ ਲੰਪੀ ਸਕਿਨ ਵਾਲਾ ਵੀ, ਇਹ ਮੰਗਾਂ ਨਾਲ ਜੋੜ ਰਹੇ ਹਾਂ। ਲਖੀਮਪੁਰ ਖੀਰੀ ਤੋਂ ਵਾਪਸ ਆ ਕੇ ਜੇ ਸਰਕਾਰ ਨੇ 25 ਦਾ ਤਾਂ ਫਗਵਾੜੇ ਦੇ ਮਾਮਲੇ ਤੇ ਪ੍ਰਾਈਵੇਟ ਮਿੱਲਾਂ ਦੇ ਮਾਮਲੇ ਤੇ ਐਲਾਨ ਕੀਤਾ, ਜੇ ਸਰਕਾਰ ਨੇ ਲੰਪੀ ਸਕਿਨ ਵਾਲੇ ਮਾਮਲੇ ਤੇ ਸੀਰੀਅਸਲੀ ਅਮਲ ਨਾ ਕੀਤਾ ਤਾਂ ਲਖੀਮਪੁਰ ਖੀਰੀ ਤੋਂ ਆ ਕੇ ਵੱਡੇ ਸੰਘਰਸ਼ ਦਾ ਜਿਹੜਾ ਐਲਾਨ ਹੈ ਜਿਹੜਾ ਉਹ ਕੀਤਾ। ਥੋੜਾ ਉੱਚੀ ਬੋਲਿਓ ਜੀ। ਸਾਥੀਓ, ਅਸੀਂ ਸੰਯੁਕਤ ਕਿਸਾਨ ਮੋਰਚੇ ਸ਼ਾਮਲ ਜਿਹੜੀਆਂ 31 ਜਥੇਬੰਦੀਆਂ, ਉਹਨਾਂ ਵੱਲੋਂ ਤੁਹਾਨੂੰ ਦੱਸਣਾ ਚਾਹੁੰਦੇ ਜਿਹੜਾ ਆਮ ਲੋਕਾਂ ਨੂੰ ਪਤਾ ਨਹੀਂਗਾ। ਠੀਕ ਹੈ ਭਾਈ, ਛੇੜੋ। ਦੁਨੀਆ ਦੇ ਵਿੱਚ ਸਭ ਤੋਂ ਜਿਹੜੀ ਫਾਇਦੇਮੰਦ ਫਸਲ ਆ, ਕਿਸਾਨਾਂ ਲਈ ਵੀ ਆ ਤੇ ਸਰਕਾਰ ਲਈ ਵੀ ਆ। ਪਿਛਲੇ ਸਮੇਂ ਵਿੱਚ ਸੈਂਕੜੇ ਕਰੋੜਾਂ ਰੁਪਏ ਦਾ ਸੈਸ ਲੈ ਗਈ ਆ ਕੇਂਦਰ ਸਰਕਾਰ। ਸ਼ੂਗਰ ਕੇਨ ਸੈਸ ਲੱਗਦਾ 1 ਕੁਇੰਟਲ ਪਿੱਛੇ। ਅਸੀਂ ਕਹਿੰਦੇ ਆ ਵੀ ਇਹਦੇ ਵਿੱਚੋਂ 10 ਕਿਲੋ ਖੰਡ ਨਿਕਲਦੀ ਆ, ਇਹਦੇ ਚੋਂ ਹੋਰ ਚੀਜ਼ਾਂ ਨਿਕਲਦੀਆਂ, ਬਿਜਲੀ ਹੋਰ ਵਗੈਰਾ ਜਿਹੜੇ ਆ ਜਿਹੜੀ ਆ ਇਹਦੇ 'ਚ ਕਰਕੇ ਇਹ ਗੰਨੇ ਦੀ ਫਸਲ ਦੁਨੀਆ ਦੇ ਵਿੱਚ ਪਹਿਲੀ ਫਸਲ ਹੈ ਜਿਹੜੀ ਵਾਤਾਵਰਣ ਵੀ ਆ, ਜਿਹੜੀ ਨਾਈਟ੍ਰੋਜਨ ਆਪਣੀ ਆਕਸੀਜਨ ਬਹੁਤ ਦਿੰਦੀ ਆ। ਇਸ ਕਰਕੇ ਇਹਦੇ ਜਿਹੜੇ ਆ ਉਹ ਦਿੱਤੇ ਜਾਣ। ਨਾਲ ਹੀ ਮੈਂ ਕਹਿਣਾ ਇਹ 19 ਦਿਨ ਹੋ ਗਏ ਭੁੱਖੜ ਤਾਂ ਉੱਥੇ ਬੈਠੇ ਆ ਚੰਡੀਗੜ੍ਹ, 19 ਦਿਨ
ਅੱਧੇ ਤੋਂ ਵੱਧ ਪੋਸਟਾਂ ਖਾਲੀ ਐਗਰੀਕਲਚਰ ਡਿਪਾਰਟਮੈਂਟ ਜਿਤਨਾ ਇਸ ਤਰ੍ਹਾਂ ਮੇਰੇ ਸਾਥੀ ਨੇ ਦੱਸੀ ਆ 60% ਵੈਟਰਨਰੀ ਅਫਸਰਾਂ ਦੀਆਂ ਪੋਸਟਾਂ ਖਾਲੀ ਆ। ਸੋ ਇਸ ਕਰਕੇ ਇਹ ਮਸਲੇ ਹੱਲ ਕੀਤੇ ਜਾਣ, ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਸ਼ਾਮਲ 31 ਕਿਸਾਨ ਜਥੇਬੰਦੀਆਂ ਪੰਜਾਬ ਦੀ ਸਰਕਾਰ ਦੇ ਵਿਰੁੱਧ ਵੱਡਾ ਮੋਰਚਾ ਲਾਉਣਗੇ। ਤੁਹਾਨੂੰ ਅਸੀਂ ਕਹਿਣਾ ਚਾਹੁੰਦੇ। ਮੈਂ ਹੁਣ ਫਰਮਾਨ ਸਿੰਘ ਸੰਧੂ ਥੋੜਾ ਜਿਹਾ ਜਿਹੜਾ 31 ਕਿਸਾਨ ਜਥੇਬੰਦੀਆਂ ਨੇ ਇਹ ਜਿਹੜਾ ਅੰਦੋਲਨ ਫਗਵਾੜੇ ਵਿੱਚ ਵਿੱਢਿਆ, ਪੁੱਛੀ ਇਹ ਸਰਕਾਰ ਦੀ ਨਾਕਾਮੀ ਆ। ਕਿਉਂਕਿ ਸਰਕਾਰ ਨੇ ਇੱਕ ਚਿੱਠੀ ਕੱਢ ਦਿੱਤੀ ਜਿਹਦੇ ਵਿੱਚ ਉਹਨੇ ਇਹ ਕਹਿਤਾ ਕਿ ਜਿਹੜੀ ਉਹ ਜ਼ਮੀਨ ਹੈ ਹਰਿਆਣੇ ਵਾਲੀ ਉਹਨੂੰ ਬੋਲੀ ਤੇ ਦੇ ਕੇ ਨਵੀਂ ਆਕਸ਼ਨ ਕਰਾਓ, ਕਿਉਂਕਿ ਉਹ ਜ਼ਮੀਨ ਦਾ ਪਹਿਲਾਂ ਬਕਾਇਦਾ ਸੌਦਾ ਹੋ ਚੁੱਕਾ। ਯੂਟਰਨ ਲੈਂਦੀ ਆ, ਉਹ ਚਿੱਠੀ ਆਪਦੀ ਵਾਪਸ ਲਵੇ, ਜਿਹੜਾ 24 ਕਰੋੜ ਰੁਪਈਆ ਕਿਸਾਨਾਂ ਦੇ ਖਾਤਿਆਂ 'ਚ ਪਵੇ, ਜਿਹੜਾ ਬੋਲੀਕਾਰ ਜਿਸਨੇ ਜ਼ਮੀਨ ਖਰੀਦੀ ਹੋਈ ਆ, ਕਿਉਂਕਿ ਉਹ ਲੈਣ ਨੂੰ ਐਗਰੀ ਆ। ਇਹ ਸਾਰਾ ਕੁਝ ਆਪਦੀ ਚਿੱਠੀ ਲਿਖੀ ਨੂੰ ਕਿਉਂ ਨਹੀਂ ਵਾਪਸ ਲੈਂਦੇ? ਇਹ ਸਾਰਾ ਕੁਝ ਸਰਕਾਰ ਦੀਆਂ ਜਿਹੜੀਆਂ ਨਲਾਇਕੀਆਂ ਨੇ, ਲੋਕਾਂ ਨੂੰ ਖੱਜਲ ਖਰਾਬ ਕਰਦੇ ਆ। ਅਸੀਂ ਅੱਜ ਵੀ ਕਹਿੰਦੇ ਕਿ ਸਰਕਾਰ ਸਾਡੇ ਨਾਲ ਬੈਠ ਕੇ ਗੱਲ ਕਰੇ। ਲੋਕਾਂ ਨੂੰ ਖੱਜਲ ਖਰਾਬ ਕਰਨਾ ਸਾਡਾ ਮਕਸਦ ਨਹੀਂ। ਸਰਕਾਰ ਬਹਿ ਕੇ ਗੱਲ ਕਰੇ, ਅਸੀਂ ਜਿਹੜੀਆਂ ਸੇਫ ਰੋਡਾਂ ਛੱਡ ਦਿਆਂਗੇ। ਸਾਡਾ ਲੋਕਾਂ ਨਾਲ ਕੋਈ ਨਹੀਂ, ਸਾਡੇ ਆਪਦੇ ਪਰਿਵਾਰ ਨੇ, ਆਪਦੇ ਬੱਚੇ ਨੇ। ਅਸੀਂ ਜਿਹੜੀਆਂ ਐਂਬੂਲੈਂਸ ਵੈਨਾਂ, ਜਿਹੜੇ ਬੱਚੇ ਨੇ, ਉਹਨਾਂ ਨੂੰ ਅਸੀਂ ਲਗਾਉਣ ਦਾ ਹਰ ਤਰ੍ਹਾਂ ਉਪਰਾਲਾ ਕਰਦੇ ਹਾਂ। ਲੋਕ ਸਾਡੇ ਆਪਦੇ, ਇਹਨਾਂ ਲੋਕਾਂ ਨੇ ਸਾਡੇ ਨਾਲ ਅੰਦੋਲਨ 'ਚ ਸਾਥ ਦਿੱਤਾ। ਸੋ ਇਸ ਕਰਕੇ ਸਰਕਾਰ ਨੂੰ ਇਹੀ ਬੇਨਤੀ ਆ ਕਿ ਤੁਸੀਂ ਰੁਪਈਏ ਦਾ ਸੌਦਾ ਹੋਇਆ ਤੁਹਾਡਾ, ਉਹ ਸਰਕਾਰ ਕਿਸਾਨਾਂ ਦੇ ਖਾਤਿਆਂ 'ਚ ਪਾਵੇ ਤੇ ਅੰਦੋਲਨ ਨੂੰ ਨਵੀਂ ਰੂਪਰੇਖਾ ਦੇਵੇ। ਮੈਂ ਹੁਣ ਸਾਰਿਆਂ ਪ੍ਰੈਸ ਦਾ ਧੰਨਵਾਦ ਕਰਨਗੇ। ਸੂਤ ਸਿੰਘ ਜੀ, ਉਸ ਤੋਂ ਬਾਅਦ ਤੁਸੀਂ ਕੁਐਸਚਨ ਜੇ ਕੋਈ ਹੈ। ਅਸੀਂ ਸੰਯੁਕਤ ਮੋਰਚੇ ਵੱਲੋਂ ਅੱਜ ਇਸ ਅੰਦੋਲਨ ਵਿੱਚ ਸ਼ਾਮਲ ਹੋਏ ਹਾਂ। ਬੇਸ਼ੱਕ ਇਹ ਜਿਹੜੀ ਸ਼ੁਰੂਆਤ ਹੈ ਦੁਆਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਕੀਤੀ ਹੈ, ਪਰ ਕਿਉਂਕਿ ਉਹਨਾਂ ਨੇ ਸੰਯੁਕਤ ਮੋਰਚੇ ਨੂੰ ਅੱਜ ਪਹੁੰਚ ਕੀਤੀ ਸੀ ਤੇ ਸੰਯੁਕਤ ਮੋਰਚਾ ਪੰਜਾਬ ਇਹਦੇ ਵਿੱਚ ਸ਼ਮੂਲੀਅਤ ਕਰ ਚੁੱਕਾ ਹੈ। ਅਸੀਂ ਇਸ ਪੰਜਾਬ ਸਰਕਾਰ ਨੂੰ ਵਾਰਨਿੰਗ ਦੇਣਾ ਚਾਹੁੰਦੇ ਹਾਂ ਕਿ ਇਹ ਇਕੱਲੇ ਦੁਆਬੇ ਦੀ ਲੜਾਈ ਨਹੀਂ, ਇਹ ਮੁਕੰਮਲ ਕਿਸਾਨੀ ਦੀ ਲੜਾਈ ਹੈ। ਔਰ ਇਹਦੇ ਬਕਾਏ ਜਦ ਤੱਕ ਤੁਸੀਂ ਨਹੀਂ ਦਿਓਗੇ ਤਦ ਤੱਕ ਇਹ ਲੜਾਈ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ। ਜਲਦੀ ਤੋਂ ਜਲਦੀ ਬਕਾਏ ਪਾਏ ਜਾਣ। ਔਰ ਤੁਹਾਡੇ ਪ੍ਰੈਸ ਵਾਲਿਆਂ ਦਾ, ਸਭਨਾ ਵੀਰਾਂ ਦਾ ਬਹੁਤ ਧੰਨਵਾਦ। ਤੁਸੀਂ ਸਾਨੂੰ ਸਾਡੀ ਇਸ ਮੰਗ ਨੂੰ ਹਾਈਲਾਈਟ ਕਰੋਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੋਈ ਕੁਐਸਚਨ ਹੈ ਤੁਸੀਂ ਲੈ ਸਕਦੇ। ਹੁਣ ਫਾਈਨਲ ਜਿਹੜਾ ਇਹ ਆਪਣਾ ਇੱਥੇ ਮੋਰਚਾ ਚੱਲ ਰਿਹਾ ਹੈ, ਇਹ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ ਕਿ ਇਹਦੇ ਵਿੱਚ ਕੋਈ ਚੇਂਜਸ ਆਉਣ ਜਾ ਰਹੀਆਂ ਨੇ? ਨਹੀਂ, ਇਹ ਬਿਲਕੁਲ ਅਸੀਂ ਅੱਜ 31 ਜਥੇਬੰਦੀਆਂ ਨੇ ਮਿਲ ਕੇ ਇਹ, ਜਿਵੇਂ ਸਰਦਾਰ ਰੋਲਦੂਤ ਸਿੰਘ ਮਾਨ ਸਾਹਿਬ ਨੇ ਕਿਹਾ ਵੀ 31 ਜਥੇਬੰਦੀ ਨੇ ਆਪਣੇ ਹੱਥ 'ਚ ਲੈ ਲਿਆ ਹੈ। ਇਹ 31 ਜਥੇਬੰਦੀਆਂ ਨੇ ਮਿਲ ਕੇ ਪ੍ਰੋਗਰਾਮ ਲਿਖਿਆ ਕਿ ਜੇ ਸਰਕਾਰ ਇਹਨੂੰ ਲੰਬਾ ਖਿੱਚਣਾ ਚਾਹੁੰਦੀ ਹੈ ਤੇ ਕੋਈ ਗੱਲ ਨਹੀਂ। ਇਹ 25 ਤਰੀਕ ਦੀ ਕਾਲ ਤਾਈਓ ਦਿੱਤੀ ਗਈ ਹੈ ਕਿ ਲਖੀਮਪੁਰ ਖੀਰੀ ਵਾਲਾ ਸਾਡਾ ਮਸਲਾ ਹੈ, ਅਸੀਂ ਉਹ ਵੀ ਨਿਪਟਾਉਣਾ ਹੈ, ਉੱਥੇ ਜਾਣਾ ਹੈ ਤੇ ਲਖੀਮਪੁਰ ਖੀਰੀ ਤੋਂ ਅੱਗੇ ਵੱਡਾ ਇਕੱਠ ਰੱਖਾਂਗੇ ਔਰ ਫਿਰ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਅਗਲੀ ਜਿਹੜੀ ਕਾਲ ਉਹ ਦੇਵਾਂਗੇ, ਉਹਨੇ ਦਿਨ ਨਿਰੰਤਰ ਹਾਈਵੇ ਜਾਮ ਰਹੇਗਾ। ਇਹ ਜਿਹੜਾ ਜਿਸ ਹਾਈਵੇ ਤੇ ਬੈਠੇ ਆ, ਜੇ ਸਰਕਾਰ ਮੁਕਾਉਣਾ ਚਾਹੁੰਦੀ ਹੈ ਹਾਈਵੇ ਇਸੇ ਤਰ੍ਹਾਂ ਜਾਮ ਰੱਖਾਂਗੇ। ਧਰਨਾ ਹਾਈਵੇ ਤੇ ਨਿਰੰਤਰ ਇਹ 25 ਤੱਕ ਚੱਲੇਗਾ ਔਰ 25 ਨੂੰ ਵੱਡਾ ਇਕੱਠ ਕਰਕੇ ਇੱਥੇ ਮੀਟਿੰਗ ਕਰਕੇ ਇਸੇ ਤਰੀਕੇ ਨਾਲ ਇਸ ਸੰਘਰਸ਼ ਨੂੰ SKM ਦੀ 31 ਜਥੇਬੰਦੀਆਂ ਦੀ ਔਰ ਇਹਨੂੰ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਣਾ। ਉਹ ਚਾਹੇ ਉਸ ਦਿਨ ਟ੍ਰੇਨਾਂ ਰੋਕਣ ਦਾ ਹੋਵੇ, ਚਾਹੇ ਟੋਲ ਪਲਾਜ਼ੇ ਰੋਕਣ ਦਾ ਹੋਵੇ, ਚਾਹੇ ਨੈਸ਼ਨਲ ਹਾਈਵੇ ਹੋਰ ਰੋਕਣ ਦਾ ਹੋਵੇ, ਉਹ 31 'ਚ ਉਸ ਦਿਨ ਪਾਸ ਹੋਏਗਾ। ਉਹ ਪਾਸ ਕਰਕੇ ਅਗਲੀ ਰੂਪਰੇਖਾ ਜਿਹੜੀ ਆ ਉਹ 25 ਤਰੀਕ ਨੂੰ ਵੱਡਾ ਇਕੱਠ ਕਰਕੇ ਪੰਜਾਬ ਦਾ ਮਾਝਾ, ਮਾਲਵਾ, ਦੁਆਬਾ ਸਾਰਾ ਇੱਥੇ ਇਕੱਠਾ ਹੋਏਗਾ ਔਰ ਸੰਗਤ ਵੀ ਆਏਗੀ ਸਾਰੀ। ਇੱਕ ਵੱਡਾ ਇਕੱਠ ਕਰਕੇ ਫਿਰ ਅਨਾਉਂਸ ਕਰਾਂਗੇ। ਸ਼ਹਿਰ ਦੇ ਵਿੱਚ ਅੱਜ ਬਹੁਤ ਥਾਂ ਤੇ, ਇੱਕ ਮਿੰਟ ਮੈਡਮ, ਸ਼ਹਿਰ ਦੇ ਵਿੱਚ ਬਹੁਤ ਥਾਂ ਦੇ ਉੱਤੇ ਅੱਜ ਬਹਿਸਬਾਜ਼ੀ ਜਿਹੜੀ ਦੇਖਣ ਨੂੰ ਮਿਲੀ ਆਮ ਪਬਲਿਕ ਦੇ ਨਾਲ। ਜਿਹੜੀਆਂ ਸਾਈਡ ਰੋਡ ਸੀਗੀਆਂ, ਜਿਹੜੀਆਂ ਛੋਟੀਆਂ ਰੋਡ ਸੀਗੀਆਂ, ਉਹ ਬੰਦ ਹੋਣ ਕਰਕੇ ਕਈਆਂ ਨੂੰ ਘਰ ਜਾਣ ਵਿੱਚ ਜਾਂ ਬਾਜ਼ਾਰ ਵਿੱਚ ਆਉਣ ਦੇ ਲਈ ਤਕਲੀਫ ਹੋ ਰਹੀ ਸੀ, ਜਿਸ ਨੂੰ ਲੈ ਕੇ ਬਹੁਤ ਜ਼ਿਆਦਾ ਖਹਿਬਾਜ਼ੀ ਜਾਂ ਇੱਕ ਬਹੁਤ ਕੁਝ ਉੱਥੇ ਚੱਲਿਆ ਜਿਹੜਾ ਹੈ ਚੱਲਿਆ। ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਕਿਸਾਨ ਮੋਰਚਾ ਕੀ ਕਰੇਗਾ? ਅਸੀਂ ਇਹ ਫੈਸਲਾ ਲੈ ਲਿਆ ਰਲ ਕੇ ਸਾਰਿਆਂ ਨੇ ਕਿ ਅਸੀਂ ਜਿਹੜੀਆਂ ਨੀਚੇ ਵਾਲੀ ਸਰਵਿਸ ਰੋਡ ਹੈ ਦੋਨੋਂ ਸਾਈਡ, ਉਹ ਅਸੀਂ ਛੱਡ ਦੇਣੀ ਆ। ਉਹ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਸ ਕਰਕੇ ਉਹ ਬਿਲਕੁਲ ਅਸੀਂ ਜਿਹੜੀਆਂ ਸਰਵਿਸ ਰੋਡ ਹੈ ਦੋਨੋਂ ਸਾਈਡ ਦੀਆਂ, ਉਹ ਅਸੀਂ ਸ਼ਾਮ ਤੱਕ ਦੇਖਦੇ ਹਾਂ। ਕਹਿੰਦੇ ਪਤਾ ਲੱਗ ਰਿਹਾ ਕਿ ਖੇਤੀ ਮੰਤਰੀ ਵੀ ਆ ਰਿਹਾ ਥੋੜੀ ਦੇਰ 'ਚ। ਜੇ ਉਹ ਕੋਈ ਪੋਜ਼ਿਟਿਵ ਰੁਖ ਦਿਖਾ ਲੈਣਗੇ, ਅਸੀਂ ਵੀ ਪੋਜ਼ਿਟਿਵ ਵਿਖਾਵਾਂਗੇ, ਕੋਈ ਗੱਲ ਨਹੀਂ। ਅਸੀਂ ਵੇਖਦੇ ਹਾਂ ਸ਼ਾਮ ਤੱਕ। ਫਿਰ ਸਾਡੀ ਇਹ ਪਲੈਨਿੰਗ ਹੈ ਭਈ ਸਰਵਿਸ ਰੋਡ ਜਿਹੜੀਆਂ ਆਉਣ ਜਾਣ ਵਾਸਤੇ ਲੋਕਾਂ ਨੂੰ, ਉਹ ਜਿਹੜੀਆਂ ਨੀਚੇ ਵਾਲੀਆਂ ਹਾਈਵੇ ਉਹ ਬੰਦ ਰਹੇਗਾ। ਕਿਸੇ ਤਰ੍ਹਾਂ ਦੀ ਹਜੇ ਤੱਕ ਸਰਕਾਰ ਵੱਲੋਂ ਕੋਈ ਪ੍ਰਪੋਜ਼ਲ ਆਈ ਹੈ ਜੀ? ਸਰਕਾਰ ਵੱਲੋਂ ਕੋਈ ਪ੍ਰਪੋਜ਼ਲ ਨਹੀਂ। ਤੇ ਤੁਹਾਡੇ ਵੱਲੋਂ ਉਹਨਾਂ ਨੂੰ? ਮੇਰੀ ਮੈਂ ਬੇਨਤੀ 600 ਕਰੋੜ ਅਸੀਂ ਜੇਲ੍ਹ 'ਚ ਪਾ ਕੇ ਨਹੀਂ ਰੱਖਣਾ, ਨਾ ਪੇਟੀ 'ਚ ਰੱਖਣਾ। ਅਸੀਂ ਦੁਕਾਨਦਾਰਾਂ ਤੋਂ ਸਮਾਨ ਲੈਣਾ, ਪੈਸੇ ਉਹਨਾਂ ਦੇ ਨੇ। ਮੇਰੀ ਗੱਲ ਸਮਝੋ, ਜਿੰਨੇ ਲੋਕ ਵਪਾਰੀ ਨੇ ਕੋਈ ਚੀਜ਼ ਵੇਚਦਾ ਹੈਗਾ, ਨਾ ਕਿਸਾਨ ਨੇ ਕਦੇ ਪਹਿਲਾਂ ਪੈਸੇ ਕੇ ਰੱਖੇ ਨਾ ਹੁਣ ਰੱਖਣੇ ਨੇਗੇ, ਠੀਕ ਹੈ ਨਾ। ਜਾਂ ਬੈਂਕਾਂ ਦੀ ਕਿਸ਼ਤਾਂ ਭਰ ਦਾਂਗੇ। ਜੇ ਮੰਗ ਤਾਂ ਸੋ ਸਾਰੇ ਲੋਕਾਂ ਦੀ ਸਾਂਝੀ ਬਣਦੀ ਹੈ, ਉਹਨਾਂ ਨੂੰ ਆ ਕੇ ਇੱਥੇ ਬੈਠਣਾ ਚਾਹੀਦਾ ਵੀ 600 ਕਰੋੜ ਰੁਪਈਆ ਆਵੇ, ਆ ਜਿਹੜੇ ਇਲਾਕੇ ਦੇ ਸ਼ਹਿਰ ਨੂੰ ਉੱਥੇ ਪੈਸਾ ਆਵੇ।
ਅਸੀਂ ਕੋਈ ਆਪਦੀ ਕੱਲੀ ਮੰਗ ਥੋੜੀ ਹੈ ਸਾਡੀ, ਇਹ ਸਾਰੇ ਲੋਕਾਂ ਦੀ ਮੰਗ ਹੈਗੀ। ਸਰਕਾਰ ਨੇ ਹਜੇ ਤੱਕ ਨਹੀਂ ਪਹੁੰਚ ਕਰੀ ਸਾਡੇ ਤੱਕ, ਇਹ ਉਹਦੇ ਦਿਮਾਗ 'ਚ ਪਤਾ ਨਹੀਂ ਕੀ ਗੱਲ ਹੈ, ਕਿਉਂ ਨਹੀਂ ਪਹੁੰਚ ਕਰੀ, ਉਹ ਸਰਕਾਰ ਨੂੰ ਪਤਾ। ਹੁਣ ਪ੍ਰਸ਼ਾਸਨ ਦੇ ਨਾਲ ਟ੍ਰੈਫਿਕ ਨੂੰ ਲੈ ਕੇ ਕਿਹੜੀ ਨੀਤੀ ਅਪਣਾਈ ਜਾਏਗੀ, ਕਿਉਂਕਿ ਕਾਫੀ ਸਪੌਟ ਹੈ ਜਿਹੜੇ ਉਹ ਬ੍ਰੇਕ ਕੀਤੇ ਹੋਏ ਆ, ਉੱਥੇ ਬੈਰੀਕੇਡਰ ਇਹਨਾਂ ਵੱਲੋਂ ਵੀ ਲਗਾਏ ਗਏ ਆ ਡਾਇਵਰਟ ਕਰਨ ਦੇ ਲਈ ਰੂਟ ਨੂੰ। ਦੇਖੋ ਅਸੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਬਰੀਫ ਕੀਤਾ ਕਿ ਆਪਾਂ ਜਿਹੜਾ ਮੇਨ ਨੈਸ਼ਨਲ ਹਾਈਵੇ ਆ ਉਹ ਤਾਂ ਬਲੌਕ ਰੱਖਣਾ ਬਿਲਕੁਲ, ਤੇ ਅਸੀਂ ਜਿਹੜੀ ਸਰਵਿਸ ਰੋਡ ਦੇਵਾਂਗੇ ਉਹ ਲੋਕਲ ਲੋਕਾਂ ਨੂੰ। ਸੋ ਉਹ ਜਿਹੜਾ ਬਾਕੀ ਦਾ ਪ੍ਰਸ਼ਾਸਨ ਨੇ ਦੇਖਣਾ ਹੈ, ਜੇ ਸਰਕਾਰ ਚਾਹੁੰਦੀ ਹੈ, ਪ੍ਰਸ਼ਾਸਨ ਚਾਹੁੰਦਾ ਹੈ ਕਿ ਇਸ ਗੱਲ ਨੂੰ ਨਿਪਟਾਇਆ ਜਾਵੇ, ਸਾਡਾ ਮੰਤਰੀ ਜੀ ਆ ਕੇ ਹੁਣ ਫੈਸਲਾ ਕਰਨ ਦੇਣ ਸਾਨੂੰ ਜਿਹੜਾ 72 ਕਰੋੜ ਰੁਪਈਆ, ਤੇ ਅਸੀਂ ਇਹ ਤੋਂ ਬਿਲਕੁਲ ਉੱਠ ਕੇ ਪਰੇ ਹੋ ਜਾਾਂਗੇ। ਸੋ ਇਹ ਸਰਕਾਰ ਨੇ ਵੇਖਣਾ। 5 ਦਿਨ ਹੋ ਗਏ, 5 ਦਿਨ ਦੇ ਵਿੱਚ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਕੋਈ ਤੁਹਾਡੇ ਦਾ ਪਹੁੰਚ ਨਹੀਂ ਕੀਤੀ ਹੈਗੀ, ਕਿੰਨਾ ਕੁ ਇਹਨੂੰ ਸੀਰੀਅਸ ਤੁਸੀਂ ਲੈਣੇ ਹੈਗੇ? ਸਰਕਾਰ ਜਿਹੜੀ ਆ ਇਸ ਦੇ ਵਿੱਚ ਬਿਲਕੁਲ ਸੀਰੀਅਸ ਨਹੀਂ ਹੈਗੀ, ਬਿਲਕੁਲ ਗੰਭੀਰਤਾ ਨਹੀਂ ਲੈ ਰਹੀ। ਸਰਕਾਰ ਅਗਰ ਗੰਭੀਰਤਾ ਲੈਂਦੀ ਤਾਂ ਤੁਸੀਂ ਵੇਖੋ ਉਹਦੀ ਗੰਭੀਰਤਾ ਕਾਰਨ ਇਹ ਧਰਨਾ ਲੱਗਿਆ। ਅਸੀਂ ਐਗਰੀ ਸੀਗੇ ਸਰਕਾਰ ਨਾਲ ਮੀਟਿੰਗ ਕਰਕੇ, ਜਦੋਂ ਸਰਕਾਰ ਨੇ ਇਹ ਮੰਨ ਲਿਆ ਸੀ ਕਿ ਅਸੀਂ ਜਿਹੜਾ ਉੱਥੇ ਦਾ ਫਤਿਆਬਾਦ ਵਾਲਾ ਜਿਹੜਾ 24 ਕਰੋੜ ਰੁਪਈਆ ਹੈ ਉਹ ਜ਼ਮੀਨ ਦੀ ਰਜਿਸਟਰੀ ਕਰਕੇ ਉਹ ਤੁਹਾਡੇ ਖਾਤਿਆਂ 'ਚ ਆ ਜਾਏਗਾ, ਅਸੀਂ ਤਾਂ ਚੁੱਪ ਕਰਕੇ ਬਹਿ ਗਏ ਸੀ, ਅਸੀਂ ਕਿਹਾ ਧਰਨਾ ਲਾਉਣਾ ਹੀ ਨਹੀਂ। ਪਰ ਸਰਕਾਰ ਨੇ ਉਹਦੇ ਅਗੇਂਸਟ ਇੱਕ ਚਿੱਠੀ ਕੱਢਤੀ। ਜਦੋਂ ਉਸਦੇ ਅਗੇਂਸਟ ਚਿੱਠੀ ਕੱਢੀ ਹੈ ਫਿਰ ਮਜਬੂਰਨ ਸਾਨੂੰ ਇਹ ਸਾਰਾ ਕੁਝ ਨਲਾਇਕੀ ਕਾਰਨ ਧਰਨਾ ਲੱਗਾ ਹੋਇਆ। ਇਹ ਕਿਸਾਨਾਂ ਨੇ ਲਾਇਆ, ਸਰਕਾਰ ਨੇ ਲਵਾਇਆ ਹੋਇਆ। ਰਾਏ ਸਾਹਿਬ ਅੱਜ ਆਜੂ ਕਿ ਖੇਤੀਬਾੜੀ ਮੰਤਰੀ ਕੱਲ ਵੀ ਮੀਟਿੰਗ ਦੇ ਨਾ ਹੁਣ ਸਾਨੂੰ ਕੋਈ ਜ਼ਰੂਰੀ, ਅਸੀਂ ਕੋਈ ਪੁੰਜੇ ਨਹੀਂ ਡਿੱਗੇ ਹੋਏ। ਜੇ ਸਰਕਾਰ ਚਾਹੁੰਦੀ ਹੈ ਸਾਡੇ ਨਾਲ ਗੱਲ ਕਰਨੀ ਤਾਂ ਸਰਕਾਰ ਆ ਜਾਵੇ, ਅਸੀਂ ਨਹੀਂ ਸਰਕਾਰ ਨੂੰ ਸਾਦੇ ਵੀ ਆਓ ਸਾਡੇ ਕੋਲ। ਸਰਕਾਰ ਸਾਡਾ ਮਸਲਾ ਹੱਲ ਕਰੇ, ਉੱਥੋਂ ਬੈਠਿਆਂ ਕਰ ਦੇਣ। ਸਾਡੇ ਆ ਫੋਨ ਤੇ ਘੰਟੀ ਵੱਜਣੀ ਜਦੋਂ ਬੈਂਕਾਂ 'ਚ ਪੈਸੇ ਆਉਣੇ ਆ, ਸਾਨੂੰ ਮੈਸੇਜ ਆ ਜਾਵੇ ਸਾਡੇ ਪੈਸੇ ਆ ਗਏ, ਅਸੀਂ ਸਰਕਾਰ ਤੋਂ ਬੜੇਵੇਂ ਨਹੀਂ ਲੈਣੇ, ਸਾਨੂੰ ਕੋਈ ਲੋੜ ਨਹੀਂ। ਸੁਖਵੀਰ ਸਿੰਘ ਸੰਧਰ ਉਹਨਾਂ ਨੇ ਵੀ ਕਿਹਾ ਜੀ ਕਿ ਉਹਨਾਂ ਨਾਲ ਗੱਲ ਹੋਈ ਸਾਡੀ, ਉਹਨਾਂ ਨੇ ਕਿਹਾ ਕਿ 24 ਕਰੋੜ ਇਹਨਾਂ ਜ਼ਮੀਨ ਦਾਨ ਸੀ, 16 ਕਰੋੜ ਵਾਲੇ ਬੈਂਕ ਵਾਲੇ ਮੈਨੂੰ ਇਸ ਚੀਜ਼ ਲਈ ਕਰਜ਼ਾ ਦੇਣ ਲਈ ਤਿਆਰ ਸੀ, 40 ਕਰੋੜ ਜਿਹੜਾ ਜੀ ਆ ਜਾਣਾ ਸੀ, 30-32 ਕਰੋੜ ਸੀ ਉਹ ਅਸੀਂ ਔਖੇ ਸੌਖੇ ਜਿਹੜਾ ਸੀ ਉਤਾਰ ਦਿੰਦੇ, ਲੇਕਿਨ ਸਰਕਾਰ ਨੇ ਸਾਨੂੰ ਇਹ ਸਭ ਕੁਝ ਕਰਨ ਨਹੀਂ ਦਿੱਤਾ। ਇਸ ਕਰਕੇ ਮੈਂ ਜਿਹੜਾ ਇੰਗਲੈਂਡ ਆਇਆ। ਦੇਖੋ ਇਹ ਜਿਹੜੀ ਉਹਦੀ ਪੁੱਛਤ ਤੱਕ ਗੱਲ ਠੀਕ ਹੈ, ਕਿਹੜਾ 24 ਕਰੋੜ ਫਤਿਆਵਾਲਾ ਉਹ ਆ ਜਾਣਾ ਸੀ, ਜੋ ਸੁਖਵੀਰ ਸੰਧਰ ਕਹਿ ਰਿਹਾ ਜਿਹੜਾ ਇਹਦਾ ਮਾਲਕ ਹੈ ਮਿਲਦਾ, ਉਹ ਸਰਕਾਰ ਨੇ ਇਹ ਪੇਚ ਵਸਾਇਆ ਜਾਣਬੁੱਝ ਕੇ, ਇੱਕ ਲੈਟਰ ਕੱਢ ਕੇ ਕਿ ਇਹਦੀ ਖੁੱਲੀ ਬੋਲੀ ਕੀਤੀ ਆ, ਜਦ ਕਿ ਸਰਕਾਰ ਨੂੰ ਪਤਾ ਸੀ ਕਿ ਇਹਦਾ ਬਿਆਨਾ ਹੋ ਚੁੱਕਾ ਹੈ। ਫਿਰ ਬਿਆਨਾ ਹੋਣ ਤੋਂ ਬਾਅਦ ਲੈਟਰ ਕੱਢਣਾ, ਕਿਉਂਕਿ ਜਿਹਨੇ 6 ਕਰੋੜ ਬਿਆਨਾ ਦਿੱਤਾ ਉਹ ਕਿਵੇਂ ਇਹਨੂੰ ਹਜ਼ਮ ਕਰੇਗਾ, ਉਹ ਕੋਰਟ 'ਚ ਕਿਉਂ ਨਹੀਂ ਜਾਏਗਾ। ਸੋ ਇਹ ਸਰਕਾਰ ਦੀ ਨਲਾਇਕੀ ਕਰਕੇ ਸਾਰਾ ਕੁਝ ਹੋਇਆ। ਬਾਕੀ ਜਿਹੜੀ ਗੱਲ ਉਹਦੀ ਹੈ ਸੁਖਵੀਰ ਸੰਧਰ ਦੀ, ਉਹਨੂੰ 3 ਸਾਲ ਹੋ ਗਏ ਲਾਰਾ ਲਾਉਂਦਿਆਂ ਨੂੰ, ਔਰ ਅਸੀਂ ਇਸ ਗੱਲ ਨੂੰ ਮੰਨਦੇ ਰਹੇ ਕਿ ਸਾਡੇ ਏਰੀਆ ਦੀ ਮਿਲ ਚੱਲਦੀ ਰਹੇ। ਪਰ ਅਸੀਂ ਜਿਨ੍ਹਾਂ ਕਿਸਾਨਾਂ ਨੇ ਕੋਆਪਰੇਟ ਕੀਤਾ ਉਹਨਾਂ ਦੇ ਨਾਲ, ਜਿਨ੍ਹਾਂ ਉਹਦਾ ਸਾਥ ਦਿੱਤਾ, ਹੁਣ ਸਾਡਾ ਸਾਥ ਨਹੀਂ ਦਿੱਤਾ, ਉਹ ਭੱਜ ਗਿਆ ਬਾਹਰ ਨੂੰ। ਮੈਂ ਇਹ ਕਹਾਂਗਾ ਉਹਨੇ ਜੇ 24 ਕਰੋੜ ਆ ਵੀ ਜਾਂਦਾ, 48 ਕਰੋੜ ਦਾ ਕੀ ਸ਼ਡਿਊਲ ਹੈ ਉਹਦੇ ਕੋਲ। ਅਸੀਂ ਤਾਂ ਅੱਜ ਸਰਕਾਰ ਨੂੰ ਕਹਿੰਦੇ ਹਾਂ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ, ਅਸੀਂ ਸਰਕਾਰ ਤੋਂ ਲੈਣੇ ਆ। ਸਰਕਾਰ ਨੇ ਕਿਹਾ ਵੀ ਹੈ ਕਿ ਅਸੀਂ ਕਬਜ਼ੇ 'ਚ ਲਵਾਂਗੇ ਮਿਲਣਾ ਤਾਂ ਅਸੀਂ ਪੈਸੇ ਦੇਵਾਂਗੇ, ਦੇਵੇ ਸਰਕਾਰ। ਹੁਣ ਸਰਕਾਰ ਹੁਣ ਕਿਉਂ ਇਹ ਤੋਂ ਭੱਜ ਰਹੀ ਹੈ? ਸੋ ਇਹ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰ ਰਹੇ ਆ, ਮਿਲ ਮਾਲਕ ਸਰਕਾਰ ਤੇ ਸਰਕਾਰ ਉਹ ਤੇ। ਸਾਨੂੰ ਇਹ ਸਾਰੀ ਮਿਲੀ ਭੁਗਤ ਨਜ਼ਰ ਆਉਂਦੀ ਹੈ। ਇਹ ਸਰਕਾਰ ਦੀ ਮਿਲੀ ਭੁਗਤ ਤੋਂ ਬਿਨਾਂ ਨਹੀਂ ਇੱਥੋਂ ਭੱਜਿਆ। ਜਦ ਅਸੀਂ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਦਿੱਤੇ ਕਿ ਉਹਦਾ ਪਾਸਪੋਰਟ ਜਮ੍ਹਾਂ ਕਰਾਓ, ਬਹੁਤ ਵਾਰ ਕਹਿ ਚੁੱਕੇ ਜਾ ਕੇ, ਤੇ ਉਹਦਾ ਪਾਸਪੋਰਟ ਕਿਉਂ ਨਹੀਂ ਜਮ੍ਹਾਂ ਕਰਾਇਆ, ਕਿਉਂ ਉਹ ਭੱਜਿਆ, ਕਿਉਂ ਇੰਗਲੈਂਡ ਗਿਆ? ਫਿਰ ਇਹਦਾ ਮੰਨ ਲਓ ਸਰਕਾਰ ਇਹਦੇ ਵਿੱਚ ਸ਼ਾਮਲ ਹੈ, ਸਰਕਾਰ ਦੀ ਮਿਲੀ ਭੁਗਤ ਦੇ ਨਾਲੋਂ ਬਾਹਰ ਗਿਆ। ਅੱਜ ਸਰਕਾਰ ਉਹ ਤੇ ਦੂਸ਼ਣਬਾਜ਼ੀ ਕਰ ਰਹੀ ਪਈ, ਭੱਜ ਗਿਆ, ਔਰ ਉਹ ਜਿਹੜਾ ਆ ਸਰਕਾਰ ਤੇ ਦੂਸ਼ਣਬਾਜ਼ੀ ਕਰ ਰਿਹਾ। ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਸਾਡਾ ਪੈਸਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। 72 ਕਰੋੜ ਰੁਪਈਆ ਸਾਡਾ ਸਰਕਾਰ ਚਾਹੇ ਕੋਲੋਂ ਦੇਵੇ ਚਾਹੇ ਕਿਤੇ ਦਵਾਵੇ, ਪਰ ਸਾਡੇ ਖਾਤਿਆਂ 'ਚ 72 ਕਰੋੜ ਸਾਡਾ ਜਿਹੜਾ ਗੰਨਾ ਵੇਚਿਆ ਹੋਇਆ ਉਹਦੇ ਪੈਸੇ ਆਉਣੇ ਚਾਹੀਦੇ। Subscribe now and press the bell icon. Never miss an update.